ਵਾਹਿਗੁਰੂ। सारी संगत छेवें पातशाह दे प्यार विच गज के आखो सतनाम श्री वाहिगुरू। कल दिवाली है। हर दिवाली वाले दिन 5 तो 6 माता कोलां जी गुरुद्वारे दीवान लगते ने। ये संगत टिकी हुई है। दुआ विच बेनती पहले ही करते हैं। जिहड़ा 2 अक्तूबर सालाना प्रोग्राम ते जिहड़ी चौथी लहर इहदा अजे आपां शुकराना कौलसर जिहड़ा करदे सां होया नहीं अजे वो प्रोग्राम। उन्होंने कल दे नाल ला दिता। 4 तो 5 वाला जिहड़ा कल प्रोग्राम है वो 3 तो 6 5 तो 6 वाले नूं 3 तो 6 कीता। कल 3 बजे सुखमनी साहिब दे पाठ आरंभ होणगे। सब ने समय सिर पहुँचना है। 4:15 वो समाप्ति। फिर 1-2 जत्थे 20 मिनट ला के 5 तो 6 दास। एक कल सब ने 3 तो 6 जिहदा पुरब है उहदे स्थान ते जाके हाजरियां भरनी नाल शुकराना सारी सालाने प्रोग्राम का। चाह का जलेबियां का लंगर किया गया थले। सब ने कृपा करनी। सिख धर्म विच दिवाली शुरू क्यों हुई तुहानूं पता ही है। जिहड़ा हुण कल दिन आ रहा है उन्हां 52 राजियां नूं महाराज दरबार साहिब लैके आए। लोकां दीपमाला कीती। ਇਹਦਾ ਮੁੱਢ ਉਹ ਸਿਰ ਤੇ ਹੱਥ ਰੱਖੋ। ਮੁੱਢ ਕਿੱਥੋਂ ਵੱਜਿਆ? ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੁਝ ਨੇੜਤਾ ਹੋ ਗਈ। ਤੁਸੀਂ ਸਾਰੀਆਂ ਸਾਖੀਆਂ ਸੁਣਦੇ ਹੋ। ਤੁਹਾਨੂੰ ਸੱਚੇ ਪਾਤਸ਼ਾਹ ਕਿਉਂ ਕਹਿੰਦੇ? मैनू निरा बादशाह क्यों कहते? इसका मतलब नेड़ता हो गई सी। किधरे शिकार कढ़े हैं, किधरे होर कारज इकट्ठे। गुरु अर्जन देव जी की शहीदी का जिहड़ा दोषी चंदू बुरा बंदा हर वेले बुरी स्कीम बनाउंदा। उहदी सोच ही उधर आउंदी है बुरे बन्ने। वो स्कीम बनांदा है भी किहड़ा काम करां भी गुरु हरगोबिंद साहब दी ते बादशाह दी जिहड़ी यारी है ना ये वधदी गई ते मैनू नुकसान है। ये जरूर अरदास करया करो रोज। गुरु हरगोबिंद साहब जे तुठे एक दात झोली च पाई साडे ते साडे परिवार दी बुद्धि सही रहे। आखो सतनाम श्री वाहिगुरू। बुद्धि सही ते सब कुछ सही। जदों काम पलटदा उदों ही पलटदा कि जदों बंदे दी बुद्धि भ्रिष्ट जाती है। इहदे वास्ते मैं जिंदगी च नोट कीता बुद्धि सही रखण लई हमेशा अपने तो उच्चे जीवन वालियां दा जीवन वेखो, अपने तो थल्ले वालियां दा ना वेखो।
ਜੇ ਆਪਣੇ ਤੋਂ ਥੱਲੇ ਵਾਲਿਆਂ ਦਾ ਜੀਵਨ ਦੇਖਾਂਗੇ ਤੇ ਸਾਧ ਸੰਗਤ, ਮੈਂ ਗੁਰੂ ਦੀ ਜ਼ੋਰੀ 'ਚ ਕਹਿਣਾ ਕਿ ਪਤਾ ਹੀ ਕੋਈ ਨਹੀਂ ਕਿਹੜੇ ਬੁੱਧੀ ਪਲਟ ਜਾਵੇ। ਜੀਵਨ ਉੱਚਿਆਂ ਦਾ ਵੇਖਿਆ ਕਰੋ, ਨਾਮ ਬਾਣੀ ਵੱਲੋਂ, ਮਰਿਆਦਾ ਵੱਲੋਂ। ਅੱਜ ਮੈਨੂੰ ਇੱਕ ਸੱਜਣ ਕਹਿੰਦਾ, ਦੀਵਾਲੀ ਵੰਡਦੇ ਪਏ ਸਾਂ, ਕਹਿੰਦਾ ਅਰਦਾਸ ਕੀ ਕਰਦੇ ਹੁੰਦੇ ਹੋ? ਮੈਨੂੰ ਕਹਿਣ ਲੱਗਾ ਅਰਦਾਸ ਕੀ ਕਰਦੇ ਹੁੰਦੇ ਹੋ? ਤੇ ਮੈਂ ਕਿਹਾ ਅਰਦਾਸ ਇਹ ਕਰੀਦੀ ਏ ਕਿ ਵਾਹਿਗੁਰੂ ਤਿੰਨ ਦਾਤਾਂ ਝੋਲੀ 'ਚ ਜ਼ਰੂਰ ਪਾਈ, ਇੱਕ ਨਿਮਰਤਾ ਦੀ ਦਾਤ ਪਾਈ, ਇੱਕ ਮੇਲ ਮਿਲਾਪ ਦੀ ਦਾਤ ਪਾਈ, ਤੇ ਇੱਕ ਮਰਿਆਦਾ 'ਚ ਰਹਿਣ ਦੀ ਦਾਤ ਪਾਈ। ਮਰਿਆਦਾ ਹੈ ਤੇ ਸਭ ਕੁਝ ਹੈ। ਗੱਜ ਕੇ ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਗੁਰਦਾਸ ਨੇ ਨੋਟ ਕੀਤਾ, ਮਰਿਆਦਾ ਵਿੱਚ ਰਹਿਣ ਲਈ ਉੱਚਿਆਂ ਦਾ ਜੀਵਨ ਨਾਮ ਬਾਣੀ ਵੱਲੋਂ, ਸੂਲਾਂ ਵੱਲੋਂ ਦੇਖਣਾ ਪਏਗਾ। ਜੇ ਥੱਲੇ ਵੱਲ ਵੇਖਾਂਗੇ ਫਿਰ ਡੋਲਾਂਗੇ। ਫਲਾਣੇ ਨੇ ਇੰਨੀ ਹੇਰਾ ਫੇਰੀ ਕਰਕੇ ਇੰਨਾ ਕੁਝ ਬਣਾ ਲਿਆ, ਮੈਂ ਬਣਾ ਲਾਂਗਾ, ਕੀ ਫਰਕ ਪੈ ਜਾਏਗਾ? ਆਖੋ ਸਤਿਨਾਮ। ਹਾਂ, ਉਹੀ ਤੇ ਸਾਰਾ ਪਰਿਵਾਰ ਠੀਕ ਠਾਕ ਹੀ ਹੈ। ਮਰਿਆਦਾ ਵੱਲੋਂ ਉੱਚਿਆਂ ਦਾ ਜੀਵਨ, ਫਿਰ ਬੁੱਧੀ ਸਹੀ ਰਹੇਗੀ। ਜਿਹਦੀ ਬੁੱਧੀ ਦੂਜੇ ਬੰਨੇ, ਫਿਰ ਸਕੀਮਾਂ ਦੂਜੀਆਂ। ਇਹ ਚੰਦੂ ਦਾ ਦਿਮਾਗ, ਬੁੱਧੀ ਪਲਟੀ। ਸਤਿਗੁਰੂ ਤੇ ਜਹਾਂਗੀਰ ਦੀ ਦੋਸਤੀ ਮੇਰੇ ਲਈ ਨੁਕਸਾਨੀ। ਕੀ ਸਕੀਮ ਬਣਾਵਾਂ, ਕੀ ਕਰਾਂ? ਤੇ ਇੱਕ ਨਜ਼ੂਮੀਆ ਹੁੰਦਾ ਜੀ, ਨਜ਼ੂਮੀਆ। ਜਹਾਂਗੀਰ ਬਾਦਸ਼ਾਹ ਦਾ ਇੱਕ ਨਜ਼ੂਮੀਏ ਦੇ ਉੱਤੇ ਬੜਾ ਵਿਸ਼ਵਾਸ ਸੀ। ਉਹਨੇ ਕਿਸੇ ਵੇਲੇ ਕੁਝ ਦੱਸਣਾ ਵੀ ਬਾਦਸ਼ਾਹ ਤੇਰੇ ਤੇ ਆਹ ਹੋਣ ਵਾਲਾ, ਫਿਰ ਆਹ ਹੋਣ ਵਾਲਾ। ਉਹਦਾ ਇੱਕ ਅੰਦਰਲਾ ਵਿਸ਼ਵਾਸ ਬੱਝਾ ਸੀ ਨਜ਼ੂਮੀਏ ਦੇ। ਇਹ ਚੰਦੂ ਨਜ਼ੂਮੀਏ ਨੂੰ ਕੀ ਕਹਿਣ ਲੱਗਾ, ਮੇਰਾ ਇੱਕ ਕੰਮ ਕਰ, ਜਹਾਂਗੀਰ ਨੂੰ ਤੂੰ ਭੈੜਾ ਜਿਹਾ ਮੂੰਹ ਬਣਾ ਕੇ ਇਹ ਕਹਿ, ਤੁਹਾਡੇ ਤੇ ਕੋਈ ਸਾੜ ਸੱਤੀ ਆਉਣ ਵਾਲੀ ਏ। ਜਦੋਂ ਘਬਰਾਏਗਾ ਤੈਨੂੰ ਕਹੇਗਾ ਕੋਈ ਇਹਦਾ ਹੱਲ ਦੱਸ, ਤੇ ਫਿਰ ਉਹਦਾ ਹੱਲ ਇਹ ਦੱਸੀ ਕਿ ਸੋਢੀ ਕੁੱਲ ਵਿੱਚੋਂ ਜਿਹਦੇ ਨਾਂ ਤੇ ਹਾਹਾ ਪੈਂਦਾ ਹੋਵੇ ਸ਼ੁਰੂਆਤ ਵਿੱਚ, ਜੇ ਗਵਾਲੀਅਰ ਦੀ ਜੇਲ੍ਹ ਵਿੱਚ, ਉਹ ਤੁਹਾਡੇ ਵਾਸਤੇ ਮਾਲਾ ਫੇਰੇ ਤੇ ਸਾੜ ਸੱਤੀ ਹਟ ਸਕਦੀ। ਵੇਖੋ, ਇੱਥੋਂ ਥੋੜਾ ਵੀ ਅੰਦਾਜ਼ਾ ਲਾਇਓ ਵੀ ਇਹ ਨਜ਼ੂਮੀਆਂ ਕਿਹਨੂੰ ਕਹਿੰਦੇ, ਤੁਹਾਨੂੰ ਪਤਾ ਹੈ। ਜਿਨ੍ਹਾਂ ਕੋਲ ਇਲਮ ਨੇ, ਕੋਈ ਇਹੋ ਜਿਹੀਆਂ ਚੀਜ਼ਾਂ ਨੇ, ਕੋਈ ਇਹੋ ਜਿਹੀ ਵਿਦਿਆ ਪ੍ਰਾਪਤ ਕੀਤੀ ਹੈ। ਕਹਿੰਦੇ ਜਹਾਂਗੀਰ ਕੋਲ ਨਜ਼ੂਮੀਆਂ ਬੜਾ ਭੈੜਾ ਜਿਹਾ ਮੂੰਹ ਬਣਾ ਕੇ ਗਿਆ, ਬੜਾ ਭੈੜਾ ਜਿਹਾ ਮੂੰਹ ਬਣਾ ਕੇ ਗਿਆ। ਜਹਾਂਗੀਰ ਕਹਿੰਦਾ ਕੀ ਗੱਲ, ਅੱਜ ਬੜਾ ਭੈੜਾ ਮੂੰਹ ਬਣਾ ਕੇ ਆਇਆ? ਇਹ ਕੰਮ ਕਰਾਇਆ ਕਿਨੇ? ਮਾਇਆ ਨੇ। ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਜਿਹੜਾ ਚੰਦੂ ਹੈ ਨਾ, ਚੰਦੂ ਨਜ਼ੂਮੀਏ ਨੂੰ ਇਸ ਕੰਮ ਕਰਨ ਦਾ 500 ਰੁਪਈਆ ਉਸ ਵੇਲੇ ਦਾ ਦਿੱਤਾ, ਤੇ ਕੀ ਆਖਿਆ
ਕਿ ਜਿੱਦਣ ਗੁਰੂ ਹਰਗੋਬਿੰਦ ਸਾਹਿਬ ਨੂੰ ਜੇਲ੍ਹ 'ਚ ਭਿਜਵਾ ਦੇਗਾ ਤੇ 5000 ਹੋਰ ਦੇਵਾਂਗਾ। ਇਹ ਸੂਰਜ ਪ੍ਰਕਾਸ਼ 'ਚ ਰਕਮ ਵੀ ਲਿਖੀ ਹੋਈ ਹੈ। ਮੈਂ ਅੱਜ ਗਾ ਕੇ ਬੋਲਣੀ ਸੀ ਰਕਮ, ਪੰਕਤੀਆਂ ਨੇ, ਸਮਾਂ ਚਲੋ ਸਰਦੀਆਂ ਕਰਕੇ ਥੋੜਾ ਪੂਰਾ ਸੂਰਾ। ਇੱਥੋਂ ਇਹ ਵੀ ਧਿਆਨ ਰੱਖੋ ਕਿ ਮਾਇਆ ਦਾ ਲਾਲਚ ਇਹ ਮਾੜਾ ਕੰਮ ਕਰਾ ਸਕਦਾ। ਆਖੋ ਸਤਿਨਾਮ। ਇਹਦੇ ਤੋਂ ਜਿੰਨਾ ਸੁਚੇਤ ਰਿਹਾ ਜਾ ਸਕੇ, ਜਿੰਨੀ ਸਾਵਧਾਨੀ ਰਹੀ ਜਾ ਸਕੇ, ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ, ਰਹਿਮਤ ਕਰੇ। ਉਹ ਨਜੂਮੀਆਂ ਨੂੰ ਡੁਲਾਇਆ ਤੇ ਮਾਇਆ ਨੇ ਡੁਲਾਇਆ। 500 ਰੁਪਈਆ ਮਿਲਿਆ ਤੇ ਜਾ ਕੇ ਕਹਿ ਰਿਹਾ ਭੈੜਾ ਜਿਹਾ ਮੂੰਹ ਬਣਾ ਕੇ। ਉਹ ਬਾਦਸ਼ਾਹ ਜਹਾਂਗੀਰ ਕਹਿੰਦਾ ਵੀ ਕੀ ਗੱਲ ਭੈੜਾ ਜਿਹਾ ਮੂੰਹ ਬਣਾਇਆ ਜੀ? ਕਹਿੰਦਾ ਜੀ ਬਹੁਤ ਮੇਰਾ ਮਨ ਰੋ ਰਿਹਾ ਕਿ ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ, ਪਰ ਤੁਹਾਡੇ ਤੇ ਸਾੜ ਸਤੀ ਆਉਣ ਵਾਲੀ ਹੈ। ਤੇ ਜਹਾਂਗੀਰ ਕਹਿੰਦਾ ਸਾੜ ਸਤੀ ਹੁੰਦੀ ਕੀ ਹੈ? ਆਖੋ ਸਤਿਨਾਮ। ਕੀ ਹੁੰਦੀ ਹੈ? ਇਹ ਤੁਹਾਨੂੰ ਹੀ ਥੋੜਾ ਚਲੋ ਪਤਾ ਲੱਗੇ। ਹੁਣ ਇਹ ਲੋਕ ਜਿਹੜੇ ਨਜ਼ੂਮੀਏ ਨੇ, ਤੰਤਰ ਮੰਤਰ ਜੰਤਰਾਂ ਦੇ ਇਲਮਾਂ ਦੇ ਧਾਰਨੀ ਨੇ, ਦਿਮਾਗ ਵੀ ਬੜਾ ਹੁੰਦਾ, ਇਹਨਾਂ ਦੀ ਲੱਗ ਵਿਧਿਆ। ਇਹ ਨਜ਼ੂਮੀਆਂ ਅੱਗੋਂ ਉੱਤਰ ਦਿੰਦਾ ਜੀ ਸਾੜ ਸਤੀ ਹੁੰਦੀ ਹੈ ਕਿ ਸ਼ਨੀ ਦਾ ਜਿਹੜਾ ਗ੍ਰਹਿ ਹੈ ਇਹ ਜਦੋਂ 7.5 ਮਹੀਨੇ ਵਿੱਚ ਆ ਜਾਵੇ ਜਾਂ 7.5 ਹਫ਼ਤਿਆਂ 'ਚ ਆ ਜਾਵੇ ਜਾਂ 7.5 ਦਿਨਾਂ 'ਚ ਆ ਜਾਵੇ ਤੇ ਕੋਈ ਨਾ ਕੋਈ ਸਾੜ ਸਤੀ, ਤੇ ਉਹ ਸਾੜ ਸਤੀ ਤੁਹਾਡੇ ਤੇ ਆਉਣ ਵਾਲੀ ਹੈ। ਬਾਦਸ਼ਾਹ ਜਹਾਂਗੀਰ ਕਹਿੰਦਾ ਵੀ ਸ਼ਨੀ ਗ੍ਰਹਿ ਜਦੋਂ 7.5 ਮਹੀਨਿਆਂ 'ਚ ਆ ਜਾਏ, 7.5 ਹਫ਼ਤਿਆਂ 'ਚ, 7.5 ਦਿਨਾਂ 'ਚ, ਉਹਨੂੰ ਸਾੜ ਸਤੀ ਵੀ। ਇਹਦਾ ਕੀ ਮਤਲਬ? ਕਹਿੰਦਾ ਜੀ ਨਾਂ ਤੋਂ ਅੰਦਾਜ਼ਾ ਲਾ ਲਓ। ਸਾੜ, ਬੋਲਿਓ ਜਰਾ, ਸਾੜ ਸਤੀ, ਸਾੜ ਸਤੀ, 7.5 ਧਿਆਨ ਦੇਣਾ। ਇਹਦਾ ਅਸਲੀ 7.5 ਤੋਂ ਸਾੜ ਸਤੀ ਬਣਿਆ। ਸ਼ਨੀ ਦਾ ਕੋਈ ਗ੍ਰਹਿ ਹੈ ਉਹ 7.5 ਮਹੀਨਿਆਂ ਦੇ ਵਿੱਚ ਇੱਧਰ ਆਵੇ, 7.5 ਦਿਨਾਂ 'ਚ, 7.5 ਹਫ਼ਤਿਆਂ 'ਚ, ਉਹ ਉੱਥੇ ਉਹਨੂੰ ਸਾੜ ਸਤੀ, 7.5 ਮਹੀਨੇ ਦਾ ਉਹਦੇ ਨਾਲ ਤਲਕ ਹੈ ਕੋਈ। ਇਹਨਾਂ ਦੀ ਆਪਣੀ ਪੜ੍ਹਾਈ ਵਿਦਿਆ। ਕਹਿੰਦਾ ਜੀ ਉਹ ਤੁਹਾਡੇ ਤੇ ਆਉਣ ਵਾਲੀ ਹੈ। ਤੇ ਕਹਿੰਦੇ ਇੰਨਾ ਘਬਰਾਇਆ ਜਹਾਂਗੀਰ, ਉਹਦੇ ਤੇ ਵਿਸ਼ਵਾਸ ਸੀ, ਪਰ ਜਿਹਦੇ ਤੇ ਵਿਸ਼ਵਾਸ ਹੈ ਉਹ ਵੇਖਿਆ ਪਿਆ, ਵੇਖ ਗਿਆ ਕਿਹੜੀ ਨੀਵੀਂ ਖੇਡ ਹੈ। ਇੱਕ ਗੁਰੂ ਨਾਨਕ ਦਾ ਘਰ ਹੈ ਜਿਹੜਾ ਸਰਬੱਤ ਦਾ ਭਲਾ ਸਿਖਾਉਂਦਾ। ਆਖੋ ਸਤਿਨਾਮ। ਬਾਕੀ ਖੇਡਾਂ ਤੋਂ ਅਰਦਾਸ ਕਰਿਆ ਕਰੋ ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਵੀ ਤੇ ਸਾਨੂੰ ਵੀ ਬਚਾ ਕੇ ਰੱਖੋ। ਇਹ ਸਿਆਣਿਆਂ ਤੋਂ, ਹੋਰਨਾਂ ਤੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਚਾ ਕੇ ਰੱਖਣ। ਨਹੀਂ ਤੇ ਥੋੜੇ ਦਿਨ ਹੋਏ ਮੈਂ ਟੀਵੀ ਤੇ ਕਥਾ ਸੁਣ ਰਿਹਾ ਸਾਂ, ਕਹਿੰਦੇ ਉਹਨਾਂ ਸਿੱਖਾਂ ਦਾ ਕੀ ਬਣੇਗਾ। ਦਰਬਾਰ ਸਾਹਿਬ ਵੀ ਖਲੋਤੇ ਹੁੰਦੇ ਨੇ, ਦੇਗ ਕਰਾ ਰਹੇ ਹੁੰਦੇ ਨੇ, ਤੇ ਅਗਲੇ ਦਿਨ ਮਾਂ ਫੜੇ ਹੁੰਦੇ ਨੇ ਤੇ ਕਿਧਰੇ ਹੋਰ ਜਾ ਰਹੇ ਹੁੰਦੇ ਨੇ। ਉਹ ਗੁਰੂ ਘਰ ਨਹੀਂ ਹੁੰਦੇ। ਅਗਲੇ ਦਿਨ ਤੇਲ ਫੜਿਆ ਹੁੰਦਾ ਤੇ ਕਿਤੇ ਹੋਰ ਤੁਸੀਂ ਇਸ਼ਾਰਾ ਸਮਝ ਲੈਣਾ। ਉਹਨਾਂ ਨੂੰ ਕਈ ਜਨਮ ਲੈਣੇ। ਸ਼ਾਇਦ ਇਸੇ ਕਰਕੇ ਅਰਦਾਸ 'ਚ ਲਫ਼ਜ਼ ਲਿਖੇ ਗਏ ਸਿੱਖਾਂ ਨੂੰ, ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਊ ਦਾਨ ਤੇ ਭਰੋਸਾ। ਭਰੋਸਾ ਲਾਜ਼ਮੀ, ਭਰੋਸੇ ਸਦਕਾ ਹੀ ਪਾਰ ਉਤਾਰਾ। ਆਖੋ ਸਤਿਨਾਮ। ਭਰੋਸਾ ਲਾਜ਼ਮੀ। ਅਮਨਦੀਪ ਸਿੰਘ ਜਾਂਦੇ ਬੰਬਈ ਵਾਲੇ ਬੰਨੇ, ਤੇ ਕਈ ਵਾਰੀ ਉਧਰੋਂ ਬੰਬਈ ਤੋਂ ਕੁਝ ਬੱਸਾਂ ਆਉਂਦੀਆਂ, ਦਰਬਾਰ ਸਾਹਿਬ ਵੀ ਮੱਥਾ ਟੇਕਣ ਗਈਆਂ, ਫਿਰ ਇਹੋ ਜਿਹੀ ਜਗ੍ਹਾ ਵੀ ਜਾਣਗੀਆਂ ਵੀ ਜਿੱਥੇ ਗੁਰਮਤ ਨਹੀਂ। ਉਸ ਵੇਲੇ ਮਨ ਵਿੱਚ ਐਸੀ ਵਿਚਾਰ ਜ਼ਰੂਰ ਆਉਂਦੀ ਏ, ਅਜੇ ਭਟਕਣਾ ਨਹੀਂ ਮੁੱਕੀ, ਅਜੇ ਉਹ ਗਿਆਨ ਨਹੀਂ ਮਿਲਿਆ,
ਅਜੇ ਉਹ ਅੱਖ ਨਹੀਂ ਖੁੱਲੀ ਕਿ ਗੁਰੂ ਰਾਮਦਾਸ ਤੇਰਾ ਤੀਰਥ ਇਹੋ ਜਿਹਾ ਤੀਰਥ ਏ, ਤੇਰੇ ਤੀਰਥ ਦੇ ਦਰਸ਼ਨ ਕਰ ਲੈ, ਠਾਠ ਤੀਰਥ ਤੇਰੇ ਚਰਨਾਂ 'ਚ ਰੋਜ਼ ਹਾਜ਼ਰੀ ਭਰਦੇ। ਹੋਰ ਜਾਣ ਦੀ ਲੋੜ ਹੀ ਕਿਤੇ। ਸਤਿ ਸ੍ਰੀ ਅਕਾਲ। ਜਰਨਲ ਨੌਲੇਜ ਲਈ ਕੋਈ ਵੱਖਰੀ ਬਾਤ ਹੈ, ਲੇਕਿਨ ਦੂਸਰੀ ਤੂੰ ਆਪਣੀ ਅਰਦਾਸ ਜਾਂ ਕੋਈ ਹੋਰ ਦਰਸ਼ਨ, ਉਹ ਚੀਜ਼ ਇਹ ਤੇ ਬਚਪਨਾ ਮੰਦੇ ਭਾਗ। ਮੈਂ ਇੱਕ ਦਿਨ ਬੈਠਾ ਇਕੱਲਾ ਸੋਚ ਰਿਹਾ ਸਾਂ, ਮੈਂ ਕਿਹਾ ਦੁਨੀਆ ਤੇ ਵਰਲਡ ਤੇ ਕੋਈ ਐਸਾ ਅਸਥਾਨ ਨਹੀਂ ਹੈ ਕਿ ਜਿਸ ਅਸਥਾਨ ਦੇ ਬਣਨ ਵੇਲੇ ਦਰਗਾਹ ਚੋਂ ਨਿਰੰਕਾਰ ਨੇ ਆਪ ਆ ਕੇ ਟੋਕਰੀ ਚੁੱਕੀ ਹੋਵੇ। ਦੱਸੋ ਕੋਈ ਹੈ? ਇੱਕ ਦਰਬਾਰ ਸਾਹਿਬ, ਇੱਕ ਹਰਮੰਦਰ ਸਾਹਿਬ, ਇੱਕ ਇਹ ਅਸਥਾਨ ਡਿੱਠੇ ਸਭੇ ਥਾਂ, ਇੱਕ ਇਹੋ ਅਸਥਾਨ ਹੈ ਕਿ ਜਿਹਦੇ ਬਣਨ ਵੇਲੇ ਨਿਰੰਕਾਰ ਨੇ ਇੱਕ ਮਨੁੱਖ ਦਾ ਰੂਪ ਧਾਰ ਕੇ ਟੋਕਰੀ ਆਪ ਚੁੱਕੀ ਹੈ। ਅਕਾਲ। ਉਹ ਜਦੋਂ ਉਹਨੇ ਰੂਪ ਧਾਰਿਆ ਸੀ ਮਨੁੱਖ ਦਾ, ਕਿਤੇ ਇਹ ਨਾ ਸਮਝ ਲੈਣਾ ਵੀ ਕੋਲੋਂ ਕਹਿ ਰਹੇ ਆ। ਉਹ ਜਦੋਂ ਟੋਕਰੀ ਚੁੱਕਦੇ ਸੀ 2 ਫੁੱਟ ਉੱਤੇ ਨਜ਼ਰ ਆਉਂਦੀ ਸੀ, ਤੁਰਦੇ ਸੀ ਪੈਰ 2 ਫੁੱਟ ਉੱਤੇ। ਤੇ ਸਿੱਖਾਂ ਗੁਰੂ ਅਰਜਨ ਦੇਵ ਜੀ ਨੂੰ ਆ ਕੇ ਮਾਰੇ, ਪਤਾ ਨਹੀਂ ਕੌਣ ਆ ਗਿਆ। ਉਹਦੇ ਨਾਲ ਫੌਜਾਂ ਵੀ ਬੜੀਆਂ ਅਜੀਬ ਨੇ। ਮਹਾਰਾਜ ਨੰਗੇ ਪੈਰੀ ਦੌੜੇ ਆਏ ਤੇ ਜਦੋਂ ਆ ਕੇ ਵੇਖਿਆ ਕਿ ਆਪ ਪਰਮੇਸ਼ਰ ਸੱਚਖੰਡ ਵਿੱਚੋਂ ਮਨੁੱਖ ਦਾ ਰੂਪ ਧਾਰ ਕੇ ਆਪ ਸੇਵਾ ਕਰ ਰਿਹਾ, ਤੇ ਮਹਾਰਾਜ ਨੇ ਸ਼ਬਦ ਉਚਾਰਿਆ, ਸੰਤਾਂ ਕੇ ਕਾਰਜ ਇਹ ਉਦੋਂ ਸੁਚਾਰਿਆ, ਹਰ ਕੰਮ ਕਰਾਉਣ ਆਇਆ ਰਾਮ। ਇਹ ਜਿਹੜਾ ਅਸੀਂ ਹਰਮੰਦਰ ਸਾਹਿਬ ਦੇ ਅੰਦਰੋਂ ਅੰਮ੍ਰਿਤ ਦਾ ਚੂਲਾ ਲੈਨੇ ਆ, ਇਹਨੂੰ ਕਿਉਂ ਕਹਿੰਦੇ ਨੇ ਹਰ ਕੀ ਪੌੜੀ? ਇਹਨੂੰ ਹਰੀ ਦੀ ਪੌੜੀ ਕਿਉਂ ਕਹਿੰਦੇ ਨੇ? ਕਿਉਂ? ਇੱਥੇ ਮੇਲ ਹੋਇਆ ਗੁਰੂ ਅਰਜਨ ਦੇਵ ਜੀ ਦਾ ਤੇ ਹਰੀ ਦਾ। ਇੱਥੇ ਹਰੀ ਨੇ ਆਪ ਟੋਕਰੀਆਂ ਚੁੱਕੀਆਂ, ਇਹਨੂੰ ਤਾਂ ਕਹਿੰਦੇ ਨੇ ਹਰ ਕੀ ਪੌੜੀ। ਇਹ ਹਰੀ ਦੀ ਪੌੜੀ। ਇਹ ਸ਼ਬਦ ਵੀ ਉਦੋਂ ਉਚਾਰਿਆ। ਗੁਰੂ ਅਰਜਨ ਦੇਵ ਜੀ ਕਹਿੰਦੇ ਮਹਾਰਾਜ ਤੁਸੀਂ ਆਪ। ਇਹ ਉਸ ਵੇਲੇ ਦੇ ਫਿਰ ਆਪਸ ਵਿੱਚ ਬਚਨ ਬਿਲਾਸ ਨੇ, ਇਹ ਅਸਥਾਨ ਇੰਨਾ ਵੱਡਾ ਹੈ, ਇਹ ਅਸਥਾਨ ਇੰਨਾ ਮਹਾਨ ਹੈ, ਇਹ ਅਸਥਾਨ ਇੰਨਾ ਉੱਤਮ ਹੈ ਕਿ ਦਰਗਾਹ ਵਿੱਚ ਮੇਰੇ ਕੋਲੋਂ ਵੀ ਨਹੀਂ ਰਿਹਾ ਗਿਆ। ਮੇਰਾ ਵੀ ਚਿੱਤ ਕੀਤਾ ਕਿ ਮੈਂ ਵੀ ਕੁਝ ਟੋਕਰੀਆਂ ਚੁੱਕ ਕੇ ਆਪਣੀ ਇਸ ਅਸਥਾਨ ਦੀ ਸੇਵਾ ਵਿੱਚ ਹਾਜ਼ਰੀ ਲਵਾ ਦਾਂ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਸੀਂ ਕੌਣ ਹੋ? ਨਾ ਕਿਸੇ ਦੀ ਨਿੰਦਿਆ ਕਰਨੀ, ਨਾ ਕਿਸੇ ਨੂੰ ਅਸੀਂ ਮਾੜਾ ਕਹਿਣਾ। ਚੰਗੇ ਸਭ ਨੇ, ਪਰ ਯਕੀਨ ਕਰਿਓ ਸਭ ਤੀਰਥ ਰੋ ਪਏ ਸੀ। ਅੱਜ ਵੀ ਚੱਲ ਜਾਓ, ਕਈ ਤੀਰਥਾਂ ਤੇ ਬੂਆ ਲੱਗਾ ਹੁੰਦਾ ਤੇ ਬਾਹਰ ਜਿਹੜੇ ਦੂਸਰੇ ਉਹਨਾਂ ਦੇ ਐਲਕਾਰ ਨਾਲ ਲੱਤਾਂ ਚੁੱਕ ਕੇ ਲੰਮੇ ਪਏ ਹੁੰਦੇ, ਹੈ ਤੀਰਥ ਹੈ। ਔਰ ਕਈ ਤੀਰਥਾਂ ਦੇ ਉੱਤੇ ਤੰਬਾਕੂ ਦੀ ਵਰਤੋਂ ਹੋ ਰਹੀ, ਕਈ ਤੀਰਥਾਂ ਦੇ ਸਿਗਰਟ ਬੀੜੀਆਂ ਪੀਤੀਆਂ ਜਾ ਰਹੀਆਂ ਨੇ। ਇਹ ਸਭ ਤੀਰਥ ਰੋ ਪਏ ਸੀ, ਹੈ ਨਿਰੰਕਾਰ ਕੀ ਬਣੇਗਾ? ਤੇ ਅੱਗੋਂ ਫਿਰ ਆਵਾਜ਼ ਆਈ ਸੀ, ਕਲਯੁਗ ਵਿੱਚ ਇਹੋ ਜਿਹਾ ਤੀਰਥ ਬਣਾਵਾਂਗੇ, ਇਹੋ ਜਿਹਾ ਤੀਰਥ ਬਣਾਵਾਂਗੇ ਕਿ ਜਿੱਥੇ ਤੁਸੀਂ ਸਾਰੇ ਆ ਕੇ ਰਹਿ ਪੈਣਾ, ਵਸ ਜਾਣਾ। ਉਹੋ ਜਿਹਾ ਤੀਰਥ ਦੁਨੀਆ ਤੇ ਕੋਈ ਨਹੀਂ ਹੋਏਗਾ ਕਿ ਜਿੱਥੇ ਹਰ ਵੇਲੇ ਨਿਰੰਕਾਰ ਦੀ ਉਸਤਤ ਹੋ ਰਹੀ ਹੋਏ। ਕਿਉਂਕਿ ਹਰਮੰਦਰ ਸਾਹਿਬ ਦਾ ਵੀ ਸੰਬੰਧ ਦੀਵਾਲੀ ਨਾਲ ਆ ਜਾਂਦਾ ਹੈ। ਇਹ ਥੋੜਾ ਜਿਹਾ ਕਹਿਣ ਦਾ ਭਾਵ ਇੰਨਾ ਹੀ ਹੈ ਕਿ ਜਰਨਲ ਨੌਲੇਜ ਲਈ ਕਿਤੇ ਹੋਰ ਜਾਂਦੇ ਹੋ ਤੇ ਜਾਓ, ਲੇਕਿਨ ਇੱਕ ਅੰਦਰ ਇੱਕ ਇਹੋ ਜਿਹਾ ਵਿਸ਼ਵਾਸ ਰੱਖੋ ਕਿ ਗੁਰੂ ਰਾਮਦਾਸ ਦੇ ਘਰ ਜੇ ਸ਼ਰਧਾ ਭਾਵਨਾ ਨਾਲ ਹਾਜ਼ਰੀ ਲੱਗ ਗਈ ਤੇ 68 ਤੀਰਥ ਜਿਹੜੇ ਨੇ ਉਹ ਇੱਥੇ ਹੀ ਆਪਣੀ ਹਾਜ਼ਰੀ ਭਰ ਰਹੇ ਨੇ। ਤੈਨੂੰ ਕਿਤੇ ਹੋਰ, ਜਿੱਥੇ ਗੁਰੂ ਗ੍ਰੰਥ ਸਾਹਿਬ ਨਹੀਂ, ਕਿਤੇ ਹੋਰ ਭਟਕਣ ਦੀ ਲੋੜ ਨਹੀਂ। ਆਖੋ ਸਤਨਾਮ। ਨਜ਼ੂਮੀਆਂ
ਕੀ ਇਹ ਕੋਲ ਜੰਤਰ ਮੰਤਰ ਤੰਤਰ ਵਿਦਿਆ। ਵੇਖੋ ਉਹਨੇ ਸਾੜ ਸਤੀ ਦਾ ਜਵਾਬ ਕੀ ਦਿੱਤਾ। ਮੈਂ ਵੀ ਪਹਿਲੀ ਵਾਰੀ ਪੜਿਆ ਸੂਰਜ ਪ੍ਰਕਾਸ਼। ਸਾੜ ਸਤੀ, 7.5 ਮਹੀਨੇ, ਸਾੜ ਤੇ 7, ਉੱਥੋਂ ਲਫ਼ਜ਼ ਬਣਿਆ ਸਾੜ ਸਤੀ। ਵੀ ਸ਼ਨੀ ਦਾ ਗ੍ਰਹਿ ਕੋਈ 7.5 ਮਹੀਨੇ ਦੇ ਸਿਲਸਿਲੇ 'ਚ ਆਉਂਦਾ, ਜਾਂ 7.5 ਹਫ਼ਤਿਆਂ ਦੇ, ਜਾਂ 7.5 ਦਿਨਾਂ ਦੇ, ਉਹਨੂੰ ਕਹਿੰਦੇ ਉਹ ਸਾੜ ਸਤੀ ਕਹਿੰਦੇ। ਕਹਿੰਦੇ ਰਾਂਗੀਰੋ ਤੇਰੇ ਤੇ ਆਉਣਾ। ਉਹ ਘਬਰਾਇਆ, ਵਿਸ਼ਵਾਸ ਕਰਦਾ ਸੀ। ਫਿਰ ਕੀ ਕਰਾਂ, ਕੋਈ ਇਹਦਾ ਹੱਲ ਹੈ ਨਜੂਮੀਆ? ਤੇ ਹੱਲ ਕੀ ਦੱਸਿਆ ਕਿ ਸੋਢੀ ਕੁੱਲ ਵਿੱਚੋਂ ਕੋਈ ਜਿਹਦੇ ਨਾਂ ਦੇ ਉੱਤੇ ਪਹਿਲਾ ਅੱਖਰ ਹਾਹਾ ਲੱਗਦਾ ਹੋਵੇ, ਅਗਰ ਉਹ ਗਵਾਲੀਅਰ ਦੇ ਕਿਲੇ ਵਿੱਚ 40 ਦਿਨ ਤੁਹਾਡੇ ਵਾਸਤੇ ਮਾਲਾ ਫੇਰੇ, ਤੁਹਾਡੀ ਸਾੜ ਸਤੀ ਟਲ ਸਕਦੀ ਹੈ। ਇਹ ਮੇਰਾ ਹੁਣ ਚਿੱਤ ਕਰਦਾ ਸੀ ਮੈਂ ਲਾਈਨਾਂ ਬੋਲਾਂ, ਟਾਈਮ ਲੱਗ ਜਾਏਗਾ। ਨਜ਼ੂਮੀਏ ਦਾ ਇੰਨਾ ਦਿਮਾਗ, ਜਹਾਂਗੀਰ ਨੂੰ ਐਡਾ ਪਜ਼ਲ ਕਰਤਾ। ਕਹਿੰਦਾ ਜੀ ਗਵਾਲੀਅਰ ਦੀ ਜੇਲ੍ਹ ਵਿੱਚ ਜਿਹੜਾ ਤੁਹਾਡੇ ਵਾਸਤੇ ਮਾਲਾ ਫੇਰੇਗਾ, ਉਹ 3 ਵਾਰੀ ਕੇਸਾਂ ਸਣੇ 24 ਘੰਟਿਆਂ 'ਚ ਇਸ਼ਨਾਨ ਕਰੇ। ਵੇਖੋ ਗੱਲ ਕੈਸੀ ਬਣਾਈ। ਤੇ ਦੂਜਾ ਲਿਖਿਆ ਕਿ 24 ਘੰਟਿਆਂ ਚੋਂ 12 ਘੰਟੇ ਗਵਾਲੀਅਰ ਦੇ ਕਿਲੇ ਵਿੱਚ ਤੁਹਾਡੇ ਵਾਸਤੇ ਮੌਨ ਧਾਰੇ। 12 ਘੰਟੇ ਮੌਨ ਧਾਰੇ, 3 ਵਾਰੀ ਇਸ਼ਨਾਨ ਕਰੇ। ਗੱਲ ਵੇਖੋ ਵਿਸ਼ਵਾਸ ਕਿਹੜਾ ਬਣਾਤਾ। ਤੇ ਜਹਾਂਗੀਰ ਜਿਵੇਂ ਹੁੰਦਾ ਨਾ ਵੀ ਸਾੜ ਸਤੀ ਮੇਰੇ ਤੇ ਆਉਣ ਵਾਲੀ ਏ, ਕਹਿੰਦਾ ਫਿਰ ਲੱਭੋ ਬੰਦਾ। ਉਹਦਾ ਇਹ ਨਹੀਂ ਦਿਮਾਗ 'ਚ ਆਇਆ। ਸਕੀਮ ਇੱਧਰ ਚੰਦੂ ਦੀ। ਕਹਿੰਦਾ ਫਿਰ ਲੱਭੋ, ਸਾਰੇ ਮੁਲਕ 'ਚ ਲੱਭੋ ਇਹੋ ਜਿਹਾ ਕਿਹੜਾ ਸਰੀਰ ਕੁੱਲ ਸੋਢੀ ਹੋਵੇ ਨਾ ਤੇ ਆਹਾ। ਤੇ ਨਾਲ ਹੀ ਨਜ਼ੂਮੀਆਂ ਕਹਿੰਦਾ ਜੀ ਲੱਭਣ ਦੀ ਕੀ ਲੋੜ ਏ, ਤੁਹਾਡਾ ਤੇ ਉਹਦੇ ਨਾਲ ਪਿਆਰ ਹੀ ਬੜਾ ਜਿਹੜੇ ਸੋਢੀ ਕੁੱਲ 'ਚੋਂ ਹਾਹਾ ਅੱਖਰ। ਆਖੋ ਸਤਨਾਮ। ਕਹਿੰਦੇ ਉਹ ਕੌਣ? ਕਹਿੰਦੇ ਜੀ ਗੁਰੂ ਹਰਗੋਬਿੰਦ ਸਾਹਿਬ। ਦੇਖੋ ਕੈਸੀ ਚਾਲ ਹੈ। ਜੇ ਨਾ ਕਰਨਗੇ ਤੇ ਦੋਸਤੀ ਟੁੱਟੇਗੀ, ਮਿੱਤਰਤਾ ਟੁੱਟੇਗੀ। ਜੇ ਹਾਂ ਕਰਨਗੇ ਤੇ ਚੰਦੂ ਕਹਿੰਦਾ ਇੱਕ ਵਾਰੀ ਗਵਾਲੀਅਰ ਦੀ ਜੇਲ੍ਹ 'ਚ ਮੈਨੂੰ ਭੇਜ ਲੈਣ ਦੇ, ਮੁੜ ਕੇ ਫਿਰ ਮੇਰਾ ਕੰਮ ਹੈ ਉੱਥੇ ਅਗਲੀ ਕਾਰਵਾਈ ਕਰਨੀ। ਜਹਾਂਗੀਰ ਨੇ ਇਤਿਹਾਸ 'ਚ ਲਿਖਿਆ ਕਿ ਰਾਤ ਮਸਾਂ ਹੀ ਕੱਟੀ, ਬੜੀ ਔਖੀ ਕੱਟੀ, ਬੜੀ ਮੁਸ਼ਕਿਲ ਰਾਤ ਕੱਟੀ। ਰੋਟੀ ਵੀ ਜਿੰਨੀ ਖਾਂਦਾ ਸੀ ਤੇ ਅੱਧੀ ਖਾਧੀ ਕਿ ਮੇਰੇ ਸਾੜ ਸੱਤੀ ਆਉਣ ਲਈ ਬਣੇਗਾ ਕੀ ਮੇਰਾ। ਉਹ ਨਜੂਮੀਆਂ ਦੇ ਵਿਸ਼ਵਾਸ ਸੀ। ਕਹਿੰਦੇ ਸਵੇਰ ਹੋਈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਜਹਾਂਗੀਰ ਗਿਆ ਤੇ ਜਾ ਕੇ ਕਹਿੰਦਾ ਜੀ ਅੱਜ ਬੜਾ ਜ਼ਰੂਰੀ ਕੰਮ ਹੈ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਜਹਾਂਗੀਰ ਬੜਾ ਚਿਹਰਾ ਲੱਥਾ ਹੈ, ਬੜਾ ਚਿਹਰਾ ਢਿੱਲਾ ਤੇਰਾ ਅੱਜ ਅੰਦਰ ਦਾ ਬਾਲੀ ਮੁੱਕਿਆ ਪਿਆ ਤੇਰਾ, ਕੀ ਹੋਇਆ? ਕਹਿੰਦਾ ਜੀ ਨਜ਼ੂਮੀਏ ਨੇ ਕਿਹਾ ਕਿ ਤੁਹਾਡੇ ਤੇ ਮੇਰੇ ਤੇ ਮਤਲਬ ਸਾੜ ਸੱਤੀ ਆਉਣ ਵਾਲੀ ਏ ਤੇ ਸੋਢੀ ਕੁੱਲ ਵਿੱਚੋਂ ਹਾਹਾ ਨਾ ਹੋਵੇ, ਕੁਝ ਹੋਰ ਨਿਸ਼ਾਨੀਆਂ। ਅਗਰ ਉਹ ਗਵਾਲੀਅਰ ਦੀ ਜੇਲ੍ਹ 'ਚ 40 ਦਿਨ ਮੇਰੇ ਲਈ ਮਾਲਾ ਫੇਰਨ, 3 ਵਾਰੀ ਇਸ਼ਨਾਨ, ਕੇਸਾਂ ਸਣੇ ਸਾਰੀ ਜੋ ਨੇ ਵਿਧੀ। ਕਹਿੰਦਾ ਜੀ ਉਹ ਤੁਸੀਂ ਹੋ। ਆਖੋ ਸਤਨਾਮ। ਉਹ ਤੁਸੀਂ ਹੋ ਤੇ ਜੇ ਤੁਸੀਂ ਮੇਰੇ ਤੇ ਪਰਉਪਕਾਰ ਕਰੋ, ਇਹ 40 ਦਿਨ ਗਵਾਲੀਅਰ ਦੀ ਜੇਲ੍ਹ ਵਿੱਚ ਮਾਲਾ ਫੇਰੋ ਮੇਰੇ ਲਈ ਤੇ ਮੇਰੀ ਸਾੜ ਸੱਤੀ ਟਲ ਜਾਏਗੀ। ਨਾ ਕਰਿਓ। ਗੁਰੂ ਹਰਗੋਬਿੰਦ ਸਾਹਿਬ ਸਮਝ ਗਏ ਇਹ ਚਾਲ ਹੈ ਚੰਦੂ ਦੀ। ਤੇ ਦੀਵਾਲੀ ਕਿੱਥੋਂ ਸ਼ੁਰੂ, ਮੈਂ ਤਾਂ ਉੱਥੋਂ ਚੱਲਿਆ। ਇਹ ਸ਼ਾਇਦ 3 ਹਫ਼ਤੇ ਪ੍ਰਕਰਨ ਚੱਲੇਗਾ, ਤੁਰਿਆ ਜਾਏਗਾ ਆਪਾਂ ਜਿਵੇਂ ਗੁਰੂ ਨੇ ਕਰਾਉਣਾ ਹੈ।